ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA TV ਤੇ ਮੈਂ ਸੁਰਵੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਹਨ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਵਰਕ ਪਰਮਿਟ ਵਾਲਿਆਂ ਲਈ ਅਮਰੀਕਾ ਦੇ ਦਰਵਾਜ਼ੇ ਬੰਦ। ਵਾਅਦਾ ਕੀਤਾ, ਵਾਅਦਾ ਨਿਭਾਇਆ। ਸੁਨੀਤਾ ਦੀ ਵਾਪਸੀ ਤੇ ਬੋਲੇ ਡੋਨਾਲਡ ਟਰੰਪ। ਸੁਨੀਤਾ ਵਿਲੀਅਮਸ ਦੀ ਹੋਈ ਸੁਰੱਖਿਅਤ ਵਾਪਸੀ, 9 ਮਹੀਨੇ ਬਾਅਦ ਧਰਤੀ ਤੇ ਪਹਿਲਾ ਕਦਮ। ਸੁਨੀਤਾ ਵਿਲੀਅਮਸ ਨੂੰ ਸਲਾਮ ਪਲਾਟ 'ਚ 9 ਮਹੀਨਿਆਂ 'ਚ ਬਣਾਏ ਇਹ ਸਾਰੇ ਰਿਕਾਰਡ। ਟਰੰਪ ਨੇ ਬਾਈਡਨ ਦੇ ਬੱਚਿਆਂ ਹੰਟਰ ਤੇ ਐਸ਼ਲੇ ਲਈ ਗੁਪਤ ਸੇਵਾ ਸੁਰੱਖਿਆ ਵਾਪਸ ਲਈ। ਕੈਨੇਡਾ ਅਮਰੀਕਾ ਦੇ ਬਾਰਡਰ ਤੇ ਕਰੋਨਾ ਵਾਲੇ ਹਾਲਾਤ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ 9 ਮਹੀਨਿਆਂ ਬਾਅਦ ਪੁਲਾੜ ਤੋਂ ਸੁਰੱਖਿਅਤ ਵਾਪਸ ਆਏ ਹਨ। ਦੋਵੇਂ SpaceX ਤੇ ਡਰੈਗਨ ਕੈਪਸੂਲ ਰਾਹੀਂ ਧਰਤੀ ਤੇ ਉਤਰੇ। ਸੁਨੀਤਾ ਦੀ ਧਰਤੀ ਤੇ ਵਾਪਸੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਿਆਨ ਵੀ ਸਾਹਮਣੇ ਆਇਆ ਹੈ। ਰਾਸ਼ਟਰਪਤੀ ਟਰੰਪ ਨੇ ਅਮਰੀਕੀ ਮੀਡੀਆ ਨੂੰ ਕਿਹਾ ਕਿ ਜਦੋਂ ਰਾਸ਼ਟਰਪਤੀ ਬਣਨ ਤੋਂ ਬਾਅਦ ਉਹਨਾਂ ਨੇ ਅਹੁਦਾ ਸੰਭਾਲਿਆ ਤਾਂ ਉਹਨਾਂ ਨੇ ਐਲੋਨ ਮਸਕ ਨੂੰ ਕਿਹਾ ਕਿ ਸਾਨੂੰ ਸੁਨੀਤਾ ਅਤੇ ਬੁਚ ਵਿਲਮੋਰ ਨੂੰ ਵਾਪਸ ਲਿਆਉਣਾ ਪਵੇਗਾ। ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੇ ਉਹਨਾਂ ਨੂੰ ਛੱਡ ਦਿੱਤਾ ਹੈ। ਹੁਣ ਉਹ ਵਾਪਸ ਆ ਗਏ ਹਨ। ਉਹਨਾਂ ਨੂੰ ਬਿਹਤਰ ਹੋਣਾ ਪਵੇਗਾ ਅਤੇ ਜਦੋਂ ਤੱਕ ਉਹ ਠੀਕ ਹੋ ਜਾਣਗੇ ਤਾਂ ਉਹ ਓਵਲ ਆਫਿਸ ਆਉਣਗੇ। ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਵਾਈਟ ਹਾਊਸ ਨੇ ਐਕਸ ਤੇ ਲਿਖਿਆ ਸੀ ਕਿ ਜੋ ਵੀ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਕੀਤਾ ਗਿਆ। ਰਾਸ਼ਟਰਪਤੀ ਟਰੰਪ ਨੇ 9 ਮਹੀਨਿਆਂ ਤੋਂ ਪੁਲਾੜ ਵਿੱਚ ਫਸੇ ਪੁਲਾੜ ਯਾਤਰੀਆਂ ਨੂੰ ਬਚਾਉਣ ਦਾ ਵਾਅਦਾ ਕੀਤਾ ਸੀ ਔਰ ਸੁਰੱਖਿਅਤ ਉਤਰ ਗਿਆ ਹੈ। ਐਲੋਨ ਮਸਕ, SpaceX ਅਤੇ ਨਾਸਾ ਦਾ ਧੰਨਵਾਦ। ਇਸ ਤੋਂ ਇਲਾਵਾ ਐਲੋਨ ਮਸਕ ਨੇ ਵੀ ਕਿਹਾ ਕਿ SpaceX ਅਤੇ ਨਾਸਾ ਦੀਆਂ ਟੀਮਾਂ ਨੂੰ ਇੱਕ ਹੋਰ ਸੁਰੱਖਿਅਤ ਪੁਲਾੜ ਯਾਤਰੀ ਵਾਪਸੀ ਲਈ ਵਧਾਈ। ਇਸ ਮਿਸ਼ਨ ਨੂੰ ਤਰਜੀਹ ਦੇਣ ਵਾਲੇ ਡੋਨਾਲਡ ਟਰੰਪ ਦਾ ਵੀ ਧੰਨਵਾਦ। ਸੁਨੀਤਾ ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਇੱਕ ਪੁਲਾੜ ਯਾਤਰੀ ਹੈ। ਜਦੋਂ ਸੁਨੀਤਾ ਡਰੈਗਨ ਕੈਪਸੂਲ ਵਿੱਚੋਂ ਬਾਹਰ ਆਈ ਤਾਂ ਉਸਦੇ ਚਿਹਰੇ ਤੇ ਮੁਸਕਰਾਹਟ ਸੀ। ਉਸਨੇ ਲੋਕਾਂ ਦਾ ਸਵਾਗਤ ਕੀਤਾ। ਪਹਿਲਾਂ ਤੋਂ ਯੋਜਨਾਬੱਧ ਸ਼ੈਡਿਊਲ ਅਨੁਸਾਰ ਸੁਨੀਤਾ ਦਾ ਪੁਲਾੜ ਯਾਨ ਸਵੇਰੇ 3:30 ਵਜੇ ਫਲੋਰੀਡਾ ਤੱਟ ਤੇ ਉਤਰਿਆ। ਸੁਨੀਤਾ ਦੀ ਵਾਪਸੀ ਤੋਂ ਬਾਅਦ ਭਾਰਤ ਵਿੱਚ ਅੱਧੀ ਰਾਤ ਨੂੰ ਹੀ ਜਸ਼ਨ ਸ਼ੁਰੂ ਹੋ ਗਏ। ਸਭ ਤੋਂ ਵੱਧ ਖੁਸ਼ੀ ਸੁਨੀਤਾ ਦੇ ਜੱਦੀ ਪਿੰਡ ਮਹਿਸਾਣਾ ਵਿੱਚ ਪ੍ਰਗਟ ਕੀਤੀ ਗਈ। ਲੋਕ ਗਰਬਾ ਡਾਂਸ ਕਰਨ ਲੱਗ ਪਏ। ਪਿੰਡ ਵਿੱਚ ਦੀਵਾਲੀ ਵਰਗਾ ਮਾਹੌਲ ਸੀ। ਸਮੁੰਦਰ ਕੰਢੇ ਉਤਰਨ ਤੋਂ ਬਾਅਦ ਡਰੈਗਨ ਸਪੇਸਕ੍ਰਾਫਟ ਦਾ ਸਫ਼ਰ ਵੀ ਬਹੁਤ ਰੋਮਾਂਚਕ ਸੀ। ਡਰੈਗਨ ਕੈਪਸੂਲ ਨੂੰ ਇੱਕ ਜਹਾਜ਼ ਤੇ ਰੱਖਿਆ ਗਿਆ ਸੀ। ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ਤੇ ਸਨ ਕਿ 17 ਘੰਟਿਆਂ ਬਾਅਦ ਕੈਪਸੂਲ ਵਿੱਚੋਂ ਬਾਹਰ ਆਉਣ ਵਾਲੇ 4 ਪੁਲਾੜ ਯਾਤਰੀਆਂ ਦੀ ਹਾਲਤ ਕੀ ਹੋਵੇਗੀ। ਪਰ ਜਦੋਂ ਚਾਰੇ ਪੁਲਾੜ ਯਾਤਰੀ ਇੱਕ-ਇੱਕ ਕਰਕੇ ਬਾਹਰ ਆਏ ਤਾਂ ਉਹਨਾਂ ਦੇ ਚਿਹਰਿਆਂ ਤੇ ਉਤਸ਼ਾਹ ਅਤੇ ਜਨੂਨ ਸੀ। ਪੁਲਾੜ ਯਾਤਰੀਆਂ ਨੂੰ ਲੈ ਕੇ ਜਾਣ ਵਾਲਾ ਡਰੈਗਨ ਕੈਪਸੂਲ ਪੈਰਾਸ਼ੂਟ ਨਾਲ ਸਮੁੰਦਰ ਵਿੱਚ ਉਤਰਿਆ। ਕੈਪਸੂਲ ਦੇ ਪਾਣੀ ਵਿੱਚ ਉਤਰਨ ਤੋਂ ਲਗਭਗ 10 ਮਿੰਟ ਬਾਅਦ ਸੁਰੱਖਿਆ ਜਾਂਚਾਂ ਪੂਰੀਆਂ ਕੀਤੀਆਂ ਗਈਆਂ। ਇਸ ਤੋਂ ਬਾਅਦ ਕੈਪਸੂਲ ਖੋਲ੍ਹਿਆ ਗਿਆ ਜਿਸ ਦੇ ਅੰਦਰੋਂ ਸੁਨੀਤਾ ਵਿਲੀਅਮਸ ਅਤੇ 3 ਹੋਰ ਯਾਤਰੀਆਂ ਨੂੰ ਸਟ੍ਰੈਚਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਇਸ ਵੇਲੇ ਉਹ ਡਾਕਟਰਾਂ ਅਤੇ ਮਾਹਰਾਂ ਦੀ ਨਿਗਰਾਨੀ ਹੇਠ ਹਨ। ਡੋਨਾਲਡ ਟਰੰਪ ਆਣੇ ਬਹਾਨੇ ਪ੍ਰਵਾਸੀਆਂ ਨੂੰ ਅਮਰੀਕਾ ਦਾਖਲ ਹੋਣ ਤੋਂ ਰੋਕ ਰਹੇ ਹਨ ਅਤੇ ਹੁਣ ਭਾਰਤ ਸਣੇ ਵੱਖ-ਵੱਖ ਮੁਲਕਾਂ ਵਿੱਚ ਮੌਜੂਦ ਅਮਰੀਕਨ ਐਮਬੈਸੀਜ਼ ਅਤੇ ਕੌਂਸੂਲੇਟਸ ਵੱਲੋਂ ਅਰਜ਼ੀਆਂ ਲਟਕਾਉਣ ਦਾ ਰੁਝਾਨ ਆਰੰਭ ਹੋ ਗਿਆ ਹੈ। ਇਮੀਗ੍ਰੇਸ਼ਨ ਅਟਾਰਨੀਜ਼ ਵੱਲੋਂ ਵਰਕ ਪਰਮਿਟ ਵਾਲਿਆਂ ਅਤੇ ਕੌਮਾਂਤਰੀ ਵਿਦਿਆਰਥੀਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਭੁੱਲ ਕੇ ਵੀ ਅਮਰੀਕਾ ਤੋਂ ਬਾਹਰ ਜਾਣ ਦਾ ਯਤਨ ਨਾ ਕਰਨ ਕਿਉਂਕਿ ਵਾਪਸੀ ਵੇਲੇ ਦਰਵਾਜ਼ੇ ਬੰਦ ਕੀਤੇ ਜਾ ਸਕਦੇ ਹਨ। ਸੈਟਲ ਦੇ ਇਮੀਗ੍ਰੇਸ਼ਨ ਅਟਾਰਨੀ ਨੇ ਕਿਹਾ ਹੈ ਕਿ ਸਟੱਡੀ ਵੀਜ਼ਾ ਅਤੇ ਵਰਕ ਵੀਜ਼ਾ ਵਾਲਿਆਂ ਨਾਲ ਬਦਤਰ ਸਲੂਕ ਕੀਤਾ ਜਾ ਰਿਹਾ ਹੈ। ਵਿਦੇਸ਼ੀ ਨਾਗਰਿਕਾਂ ਨੂੰ ਮਡਮੁੱਲਾ ਸੁਝਾਅ ਦਿੰਦਿਆਂ ਕਿਹਾ ਹੈ ਕਿ ਜੇ ਤੁਸੀਂ ਸਟੱਡੀ ਵੀਜ਼ਾ ਤੇ ਅਮਰੀਕਾ ਵਿੱਚ ਮੌਜੂਦ ਹੋ ਅਤੇ H1B ਵੀਜ਼ਾ ਚਾਹੁੰਦੇ ਹੋ ਤਾਂ ਇੰਟਰਵਿਊ ਦੀ ਤਾਰੀਖ ਵਾਸਤੇ ਉਡੀਕ ਕਰੋ। ਇਸ ਤੋਂ ਇਲਾਵਾ ਜੇ ਤੁਸੀਂ H1B ਵੀਜ਼ਾ ਤੇ ਅਮਰੀਕਾ ਵਿੱਚ ਕੰਮ ਕਰ ਰਹੇ ਹੋ ਅਤੇ ਐਕਸਟੈਂਸ਼ਨਸ ਚਾਹੁੰਦੇ ਹੋ ਪਰ ਤੁਹਾਡਾ ਪਹਿਲਾ ਵੀਜ਼ਾ 12 ਮਹੀਨੇ ਤੋਂ ਵੱਧ ਪੁਰਾਣਾ ਹੈ ਤਾਂ ਇੰਟਰਵਿਊ ਸਲੋਟ ਦੀ ਉਡੀਕ ਕਰੋ। ਇਸੇ ਦੌਰਾਨ NPZ ਲੋ ਗਰੁੱਪ ਦੀ ਇੱਕ ਮੈਨੇਜਿੰਗ ਅਟਾਰਨੀ ਨੇ ਵੀ ਕਿਹਾ ਕਿ ਵੀਜ਼ਾ ਅਪਾਇੰਟਮੈਂਟ ਮਿਲਣ ਵਿੱਚ ਹੋ ਰਹੀ ਦੇਰ ਡੂੰਘੀਆਂ ਚਿੰਤਾਵਾਂ ਪੈਦਾ ਕਰਦੀ ਹੈ। ਅਤੀਤ ਵਿੱਚ ਵੀਜ਼ਾ ਹਾਸਲ ਕਰ ਚੁੱਕੇ ਲੋਕਾਂ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ ਪਰ ਟਰੰਪ ਸਰਕਾਰ ਦੇ ਇਰਾਦੇ ਕੁਝ ਹੋਰ ਹਨ। immigration.com ਦੇ ਮੈਨੇਜਿੰਗ ਅਟਾਰਨੀ ਨੇ ਕਿਹਾ ਕਿ
ਅਜੋਕੇ ਮਾਹੌਲ ਵਿੱਚ ਅਮਰੀਕਾ ਤੋਂ ਬਾਹਰ ਗਏ ਲੋਕ ਕਈ ਮਹੀਨੇ ਤੱਕ ਫਸ ਸਕਦੇ ਹਨ, ਜਿਸ ਨੂੰ ਵੇਖਦਿਆਂ ਆਪਣੇ ਜੱਦੀ ਮੁਲਕ ਜਾਣ ਤੋਂ ਪਹਿਲਾਂ ਬਦਲਵੀਂ ਯੋਜਨਾ ਤਿਆਰ ਕਰ ਲਈ ਜਾਵੇ। ਦੂਜੇ ਇਮੀਗ੍ਰੇਸ਼ਨ ਸਲਾਹਕਾਰਾਂ ਵੱਲੋਂ ਉਹਨਾਂ ਗ੍ਰੀਨ ਕਾਰਡ ਹੋਲਡਰਸ ਨੂੰ ਜਲਦ ਤੋਂ ਜਲਦ ਸਿਟੀਜ਼ਨਸ਼ਿਪ ਵਾਸਤੇ ਅਰਜ਼ੀ ਦਾਇਰ ਕਰਨ ਦਾ ਸੁਝਾਅ ਦਿੱਤਾ ਗਿਆ, ਜੋ ਕਈ ਦਹਾਕਿਆਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ। ਗ੍ਰੀਨ ਕਾਰਡ ਧਾਰਕਾਂ ਨੂੰ ਖਾਸ ਹਦਾਇਤ ਦਿੱਤੀ ਗਈ ਹੈ ਕਿ ਅਮਰੀਕਾ ਦਾ ਪਾਸਪੋਰਟ ਹੱਥ ਵਿੱਚ ਆਉਣ ਤੱਕ ਘਰ ਜਾਂ ਕੰਮ ਵਾਲੀ ਥਾਂ ਤੱਕ ਹੀ ਸੀਮਿਤ ਰਹਿਣ ਦੇ ਯਤਨ ਕੀਤੇ ਜਾਣ। ਇੱਥੇ ਦੱਸਣਾ ਬਣਦਾ ਹੈ ਕਿ ਵਿਜ਼ਟਰ ਵੀਜ਼ਾ ਨਿਯਮਾਂ ਵਿੱਚ ਫਰਵਰੀ ਮਹੀਨੇ ਦੌਰਾਨ ਵੱਡੀ ਤਬਦੀਲੀ ਕੀਤੀ ਗਈ ਅਤੇ ਵੀਜ਼ਾ ਇੰਟਰਵਿਊ ਤੋਂ ਛੋਟ ਸਿਰਫ ਉਹਨਾਂ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਜਿਨ੍ਹਾਂ ਦਾ ਵੀਜ਼ਾ 12 ਮਹੀਨੇ ਦੇ ਅੰਦਰ ਐਕਸਪਾਇਰ ਹੋਣ ਵਾਲਾ ਹੈ, ਜਦਕਿ ਇਸ ਤੋਂ ਪਹਿਲਾਂ 48 ਮਹੀਨੇ ਤੱਕ ਵੀਜ਼ਾ ਮਿਆਦ ਪੁੱਗਣ ਵਾਲਿਆਂ ਨੂੰ ਵੀ ਇੰਟਰਵਿਊ ਤੋਂ ਛੋਟ ਮਿਲੀ ਹੋਈ ਸੀ। ਨਵੀਂ ਦਿੱਲੀ ਸਥਿਤ ਅਮਰੀਕਾ ਦੀ ਅੰਬੈਸੀ ਅਤੇ ਮੁੰਬਈ ਕੰਸੂਲੇਟ ਵਿੱਚ ਵੀਜ਼ਾ ਇੰਟਰਵਿਊ ਵਾਸਤੇ ਔਸਤ ਉਡੀਕ ਸਮਾਂ 440 ਦਿਨ ਚੱਲ ਰਿਹਾ ਹੈ, ਜਦਕਿ ਚੇਨਈ ਕੰਸੂਲੇਟ ਵਿੱਚ 436 ਦਿਨ ਦੀ ਉਡੀਕ ਕਰਨੀ ਪੈਂਦੀ ਹੈ। हैदराबाद कंसुलेट विच इंटरव्यू लिए उਡੀਕ समा 429 दिन दसिया जा रहा है, जबकि कोलकाता विखे 415 दिन की उਡੀक करनी पै रही है। 2023 विच 17,60,000 भारतीय B1 ਅਤੇ B2 ਵੀਜ਼ਾ ਤੇ ਅਮਰੀਕਾ ਪੁੱਜੇ, ਜਿਨ੍ਹਾਂ ਵਿੱਚੋਂ 1.5% ਖਤਮ ਹੋਣ ਤੋਂ ਬਾਅਦ ਵੀ ਵਾਪਸ ਨਾ ਗਏ। ਵਿਜ਼ਟਰ ਵੀਜ਼ਾ ਤੇ ਅਮਰੀਕਾ ਪੁੱਜੇ ਪਰ ਵਾਪਸ ਨਾ ਜਾਣ ਵਾਲੇ ਭਾਰਤੀਆਂ ਦੀ ਸਾਲਾਨਾ ਗਿਣਤੀ 25,000 ਦੇ ਨੇੜੇ ਦੱਸੀ ਜਾ ਰਹੀ ਹੈ। ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਧਰਤੀ ਤੇ ਸਹੀ ਸਲਾਮਤ ਵਾਪਸ ਪੁੱਜ ਗਏ ਹਨ। ਪਿਛਲੇ ਸਾਲ ਜੂਨ ਵਿੱਚ ਇਹ ਦੋਵੇਂ ਪੁਲਾੜ ਯਾਤਰੀ 8 ਦਿਨਾਂ ਦੇ ਮਿਸ਼ਨ ਲਈ ਅੰਤਰਰਾਸ਼ਟਰੀ ਅੰਤਰਿਕਸ਼ ਸਟੇਸ਼ਨ ਤੇ ਗਏ ਸਨ, ਪਰ ਉਹ 9 ਮਹੀਨੇ ਤੋਂ ਵੱਧ ਸਮੇਂ ਲਈ ਉੱਥੇ ਹੀ ਫਸ ਕੇ ਰਹਿ ਗਏ। ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਪਿਛਲੇ ਸਾਲ 5 ਜੂਨ ਨੂੰ ਬੋਇੰਗ ਸਟਾਰਲਾਈਨਰ ਰਾਹੀਂ ਅੰਤਰਿਕਸ਼ ਗਏ ਸਨ। ਇੱਕ ਹੋਰ ਅੰਤਰਿਕਸ਼ ਯਾਨ ਸਪੇਸਐਕਸ ਦਾ ਡਰੈਗਨ ਜੋ ਕਿ 19 ਮਾਰਚ ਸਵੇਰੇ ਉਹਨਾਂ ਨੂੰ ਲੈ ਕੇ ਸਫਲਤਾਪੂਰਵਕ ਵਾਪਸ ਆ ਗਿਆ ਹੈ। ਇਹ ਸਪੇਸ ਕੈਪਸੂਲ ਅਮਰੀਕਾ ਦੇ ਫਲੋਰੀਡਾ ਰਾਜ ਵਿੱਚ ਸਮੁੰਦਰ ਵਿੱਚ ਉਤਰਿਆ। ਉਹਨਾਂ ਦੇ ਨਾਲ ਹੋਰ 2 ਅੰਤਰਿਕਸ਼ ਯਾਤਰੀ ਨਾਸਾ ਦੇ ਨਿਕ ਹੈਗ ਅਤੇ ਰੂਸੀ ਏਜੰਸੀ ਰਾਸਕੋਮੋਸ ਦੇ ਅਲੈਗਜ਼ੈਂਡਰ ਵੀ ਸ਼ਾਮਲ ਸਨ। ਉਹ ਵੀ ਵਾਪਸ ਆਏ ਹਨ। ਅੰਤਰਿਕਸ਼ ਸਟੇਸ਼ਨ ਤੋਂ ਧਰਤੀ ਤੱਕ ਆਉਣ ਵਿੱਚ ਯਾਨ ਨੂੰ 17 ਘੰਟੇ ਲੱਗੇ ਨੇ। ਇਸ ਤੋਂ ਇਲਾਵਾ ਭਾਵੁਕ ਕਰ ਦੇਣ ਵਾਲੇ ਪਲ ਵੀ ਸਾਹਮਣੇ ਆਏ ਨੇ। ਯਾਨ ਵਿੱਚੋਂ ਸਭ ਤੋਂ ਪਹਿਲਾਂ ਨਾਸਾ ਦੇ ਅੰਤਰਿਕਸ਼ ਯਾਤਰੀ ਅਤੇ ਕ੍ਰਿਊ 9 ਦੇ ਕਮਾਂਡਰ ਨਿਕ ਹੈਗ ਬਾਹਰ ਨਿਕਲੇ। ਡਰੈਗਨ ਕੈਪਸੂਲ ਦੇ ਫਲੋਰੀਡਾ ਤੱਟ ਤੇ ਉਤਰਨ ਤੋਂ ਲਗਭਗ 1 ਘੰਟੇ ਬਾਅਦ ਜ਼ਮੀਨੀ ਟੀਮ ਦੀ ਮਦਦ ਨਾਲ ਉਹ ਕੈਪਸੂਲ ਤੋਂ ਬਾਹਰ ਆਏ। ਉਸ ਤੋਂ ਬਾਅਦ ਰੋਸਕੋਸਮੋਸ ਦੇ ਅੰਤਰਿਕਸ਼ ਯਾਤਰੀ ਅਲੈਗਜ਼ੈਂਡਰ ਕੈਪਸੂਲ ਤੋਂ ਬਾਹਰ ਨਿਕਲਣ ਵਾਲੇ ਰੈਂਪ ਰਾਹੀਂ ਹੇਠਾਂ ਉਤਰੇ। ਉਹਨਾਂ ਤੋਂ ਬਾਅਦ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਬਾਹਰ ਆਏ। ਹੁਣ ਇਹ ਸਾਰੇ ਅੰਤਰਿਕਸ਼ ਯਾਤਰੀ 45 ਦਿਨਾਂ ਦੇ ਪੂਰਨਵਾਸ ਪ੍ਰੋਗਰਾਮ ਲਈ ਹਿਊਸਟਨ 'ਚ ਰਹਿਣਗੇ। ਭਾਰਤੀ ਮੂਲ ਦੀ ਅਮਰੀਕੀ ਅੰਤਰਿਕਸ਼ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਪਿਛਲੇ 9 ਮਹੀਨੇ ਤੋਂ ਵੱਧ ਸਮੇਂ ਤੋਂ ਅੰਤਰਰਾਸ਼ਟਰੀ ਅੰਤਰਿਕਸ਼ ਸਟੇਸ਼ਨ ਤੇ ਫਸੇ ਹੋਏ ਸਨ ਅਤੇ ਉਹ ਪਿਛਲੇ ਸਾਲ ਜੂਨ ਵਿੱਚ 8 ਦਿਨਾਂ ਦੇ ਮਿਸ਼ਨ ਲਈ ਅੰਤਰਿਕਸ਼ ਸਟੇਸ਼ਨ ਤੇ ਗਏ ਸੀ, ਜਿਨ੍ਹਾਂ ਬੋਇੰਗ ਸਟਾਰਲਾਈਨਰ ਅੰਤਰਿਕਸ਼ ਯਾਨ ਦੀ ਉਹ ਜਾਂਚ ਕਰ ਰਹੇ ਸਨ। ਉਸ ਵਿੱਚ ਤਕਨੀਕੀ ਸਮੱਸਿਆਵਾਂ ਆ ਗਈਆਂ, ਜਿਸ ਕਰਕੇ ਉਹਨਾਂ ਦੀ ਵਾਪਸੀ ਕਈ ਵਾਰ ਲਟਕਦੀ ਰਹੀ, ਪਰ ਆਖਰਕਾਰ ਉਹ ਸੁਰੱਖਿਅਤ ਧਰਤੀ ਉੱਤੇ ਪਰਤ ਆਏ ਹਨ। ਜਲਦੀ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਮਿਲਣਗੇ ਅਤੇ ਇਸ ਤੋਂ ਬਾਅਦ ਜਲਦੀ ਹੀ ਉਹ ਬਾਕੀ ਲੋਕਾਂ ਦੇ ਨਾਲ ਵੀ ਰੂਬਰੂ ਹੋਣਗੇ। ਨਾਸਾ ਦੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਇੱਕ ਵਾਰ ਫਿਰ ਵਾਪਸੀ ਕਰਕੇ ਉਹਨਾਂ ਨੇ ਇਤਿਹਾਸ ਰਚ ਦਿੱਤਾ ਹੈ। ਜਿਸ ਤਰ੍ਹਾਂ ਵਿਲੀਅਮਸ ਨੇ ਤਬਾਹੀ ਨੂੰ ਮੌਕੇ ਵਿੱਚ ਬਦਲਿਆ, ਉਹ ਵੀ ਪ੍ਰੇਰਨਾਦਾਇਕ ਹੈ। ਵਿਲੀਅਮਸ ਜੋ ਕਿ ਇੱਕ ਛੋਟੇ ਮਿਸ਼ਨ ਦੇ ਹਿੱਸੇ ਵਜੋਂ ਸਿਰਫ ਕੁਝ ਦਿਨਾਂ ਲਈ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਗਈ ਸੀ, ਪਰ ਤਕਨੀਕੀ ਖਰਾਬੀ ਕਾਰਨ ਉੱਥੇ ਉਸ ਨੂੰ 9 ਮਹੀਨੇ ਬਿਤਾਣੇ ਪਏ। ਇਸ ਔਖੇ ਸਮੇਂ ਦੌਰਾਨ ਵੀ ਉਹ ਘਬਰਾਈ ਨਹੀਂ, ਸਗੋਂ ਇਸ ਸਮੇਂ ਦੌਰਾਨ ਉਸਨੇ ਕਈ ਨਵੇਂ ਰਿਕਾਰਡ ਕਾਇਮ ਕੀਤੇ, ਜਿਨ੍ਹਾਂ ਵਿੱਚ ਮਹਿਲਾ ਪੁਲਾੜ ਯਾਤਰੀਆਂ ਵੱਲੋਂ ਸਭ ਤੋਂ ਵੱਧ ਸਪੇਸ ਵਾਕ ਕਰਨ ਦਾ ਰਿਕਾਰਡ ਵੀ ਸ਼ਾਮਲ ਹੈ। ਉਹਨਾਂ ਦੀ ਇਹ ਪ੍ਰਾਪਤੀ ਨਾ ਸਿਰਫ ਪੁਲਾੜ ਹੀ ਵਿਗਿਆਨ ਦੀ ਦੁਨੀਆ ਵਿੱਚ ਸਗੋਂ ਭਾਰਤ ਸਮੇਤ ਪੂਰੀ ਦੁਨੀਆ ਲਈ ਮਾਣ ਦਾ ਵਿਸ਼ਾ ਬਣੀ ਹੋਈ ਹੈ। ਸੋ ਸੁਨੀਤਾ ਵਿਲੀਅਮਸ ਨੇ ਆਪਣੀ ਪੁਲਾੜ ਯਾਤਰਾ 5 ਜੂਨ 2024 ਨੂੰ ਬੋਇੰਗ ਸਟਾਰਲਾਈਨਰ ਰਾਹੀਂ ਨਾਸਾ ਦੇ ਪੁਲਾੜ ਯਾਤਰੀ ਬੁਚ ਵਿਲਮੋਰ ਨਾਲ ਸ਼ੁਰੂ ਕੀਤੀ ਸੀ। ਉਹਨਾਂ ਦਾ ਮਿਸ਼ਨ ਸਿਰਫ 8 ਦਿਨ ਚੱਲਣਾ ਸੀ, ਪਰ ਤਕਨੀਕੀ ਖਰਾਬੀ ਕਾਰਨ ਸਟਾਰਲਾਈਨਰ ਨੂੰ ਧਰਤੀ ਤੇ ਵਾਪਸੀ ਕਰਨ ਦਾ ਫੈਸਲਾ ਬਦਲਣਾ ਪਿਆ ਅਤੇ ਵਿਲੀਅਮਸ ਨੂੰ ISS ਤੇ ਰਹਿਣਾ ਪਿਆ। ਇਸ ਸਮੇਂ ਦੌਰਾਨ ਉਹ ਐਕਸਪੀਡੀਸ਼ਨਸ 71-72 ਮੁਹਿੰਮ ਦਾ ਹਿੱਸਾ ਬਣ ਗਈ ਅਤੇ ਵਿਗਿਆਨਕ ਖੋਜ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਨਾਸਾ ਦੇ ਅਨੁਸਾਰ ਉਹਨਾਂ ਨੇ 4500 ਤੋਂ ਵੱਧ ਚੱਕਰ ਪੂਰੇ ਕੀਤੇ ਅਤੇ ਪੁਲਾੜ ਵਿੱਚ 121 ਮਿਲੀਅਨ ਮੀਲ ਤੋਂ ਵੱਧ ਦੀ ਯਾਤਰਾ ਕੀਤੀ ਹੈ। ਵਿਲੀਅਮਸ ਨੇ ਪੁਲਾੜ ਵਿੱਚ ਆਪਣੇ ਠਹਿਰਾਅ ਦੌਰਾਨ ਕਈ ਹੋਰ ਮਹੱਤਵਪੂਰਨ ਕੰਮ ਵੀ ਕੀਤੇ ਹਨ।
स्पेसवॉक करके भी एक नवा रिकॉर्ड बनाया है। उन्होंने कुल 50 घंटे 40 मिनट स्पेसवॉक की, जो कि महिला पुलाड़ यात्रियों लिए एक नवा रिकॉर्ड से। इस ਤੋਂ ਇਲਾਵਾ ਉਹਨਾਂ ਨੇ ਬਾਇਓਮੈਡੀਕਲ ਖੋਜ, ਵਾਤਾਵਰਣ ਅਧਿਐਨ ਅਤੇ ਤਕਨੀਕੀ ਟੈਸਟਿੰਗ ਸਮੇਤ ISS ਤੇ ਬਹੁਤ ਸਾਰੇ ਵਿਗਿਆਨਿਕ ਪ੍ਰਯੋਗਾਂ ਵਿੱਚ ਹਿੱਸਾ ਲਿਆ। ਉਹਨਾਂ ਦੀ ਯੋਗਦਾਨ ਨੂੰ ਦੇਖਦੇ ਹੋਏ ਪੁਲਾੜ ਖੋਜ ਦੇ ਖੇਤਰ 'ਚ ਇੱਕ ਵਾਰ ਫਿਰ ਉਹਨਾਂ ਦੀ ਸ਼ਲਾਘਾ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਸੁਨੀਤਾ ਵਿਲੀਅਮਸ ਕਈ ਅਹਿਮ ਮਿਸ਼ਨਾਂ ਦਾ ਹਿੱਸਾ ਰਹਿ ਚੁੱਕੀ ਹੈ। 2006 ਵਿੱਚ ਉਹ STS 116 ਮਿਸ਼ਨ ਦੇ ਤਹਿਤ ISS ਪਹੁੰਚੀ ਅਤੇ 4 ਸਪੇਸਵॉक ਕਰਕੇ 29 ਘੰਟੇ 17 ਮਿੰਟ ਦਾ ਰਿਕਾਰਡ ਬਣਾਇਆ। ਇਸ ਤੋਂ ਇਲਾਵਾ 2012 ਵਿੱਚ ਵੀ ਉਹ ਇੱਕ ਮਿਸ਼ਨ ਦੇ ਹਿੱਸੇ ਵਜੋਂ 127 ਦਿਨ ISS ਤੇ ਰਹੀ, ਜਿੱਥੇ ਉਹਨਾਂ ਨੇ ਮਹੱਤਵਪੂਰਨ ਤਕਨੀਕੀ ਮੁਰੰਮਤ ਦਾ ਕੰਮ ਕੀਤਾ। ਇਸ ਵਾਰ 2024 ਵਿੱਚ ਉਹ ਆਪਣੇ ਤੀਜੇ ਵੱਡੇ ਮਿਸ਼ਨ ਤੇ ਗਈ ਅਤੇ ਨਾਸਾ ਦੇ ਇਤਿਹਾਸ ਵਿੱਚ ਇੱਕ ਹੋਰ ਸੁਨਹਿਰੀ ਅਧਿਆਇ ਜੋੜਿਆ ਹੈ। ਹੁਣ ਜਦੋਂ ਸੁਨੀਤਾ ਵਿਲੀਅਮਸ ਧਰਤੀ ਤੇ ਵਾਪਸ ਆਈ ਹੈ ਤਾਂ ਨਾਸਾ ਨੇ ਉਹਨਾਂ ਲਈ 45 ਦਿਨਾਂ ਦਾ ਪੋਸਟ ਮਿਸ਼ਨ ਰੀਹੈਬਿਲਿਟੇਸ਼ਨ ਪ੍ਰੋਗਰਾਮ ਤਿਆਰ ਕੀਤਾ ਹੈ। ਇਸ ਸਮੇਂ ਦੌਰਾਨ ਉਹਨਾਂ ਦਾ ਸਰੀਰ ਹੌਲੀ-ਹੌਲੀ ਧਰਤੀ ਤੇ ਗੰਭੀਰਤਾ ਦੇ ਅਨੁਕੂਲ ਹੋ ਜਾਵੇਗਾ। ਵਿਗਿਆਨੀਆਂ ਦੇ ਅਨੁਸਾਰ ਲੰਬੇ ਸਮੇਂ ਤੱਕ ਪੁਲਾੜ ਵਿੱਚ ਰਹਿਣ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਦੀ ਮਜ਼ਬੂਤੀ ਤੇ ਅਸਰ ਪੈਂਦਾ ਹੈ। ਇਸ ਲਈ ਉਹਨਾਂ ਦੀ ਰਿਕਵਰੀ ਪ੍ਰਕਿਰਿਆ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਹਾਲਾਂਕਿ ਇਹ ਤੈਅ ਹੈ ਕਿ ਉਹਨਾਂ ਦੀ ਪ੍ਰਾਪਤੀ ਭਵਿੱਖ ਦੇ ਪੁਲਾੜ ਮਿਸ਼ਨਾਂ ਲਈ ਪ੍ਰੇਰਨਾ ਸਰੋਤ ਬਣੇਗੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਬੱਚਿਆਂ ਹੰਟਰ ਬਾਈਡਨ ਅਤੇ ਐਸ਼ਲੇ ਬਾਈਡਨ ਲਈ ਗੁਪਤ ਸੇਵਾ ਸੁਰੱਖਿਆ ਵਾਪਸ ਲੈ ਲਈ ਹੈ। ਟਰੰਪ ਨੇ ਕਿਹਾ ਕਿ ਹੰਟਰ ਬਾਈਡਨ ਨੂੰ ਲੰਮੇ ਸਮੇਂ ਤੋਂ ਸੀਕ੍ਰੇਟ ਸਰਵਿਸ ਸੁਰੱਖਿਆ ਮਿਲੀ ਹੋਈ ਸੀ, ਜਿਸ ਦਾ ਭੁਗਤਾਨ ਅਮਰੀਕੀ ਟੈਕਸ ਦਾਤਾਵਾਂ ਦੁਆਰਾ ਕੀਤਾ ਜਾਂਦਾ ਸੀ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਤੇ ਇੱਕ ਪੋਸਟ ਵਿੱਚ ਟਰੰਪ ਨੇ ਜ਼ਿਕਰ ਕੀਤਾ ਕਿ ਹੰਟਰ ਇਸ ਸਮੇਂ ਦੱਖਣੀ ਅਫਰੀਕਾ ਵਿੱਚ ਛੁੱਟੀਆਂ ਮਨਾ ਰਿਹਾ ਹੈ, ਜਿੱਥੇ ਉਸ ਦੇ ਅਨੁਸਾਰ ਲੋਕਾਂ ਦੇ ਮਨੁੱਖੀ ਅਧਿਕਾਰਾਂ ਤੇ ਸਖਤ ਇਤਰਾਜ਼ ਪ੍ਰਗਟਾਇਆ ਗਿਆ ਹੈ। ਹੰਟਰ ਨੂੰ ਲੰਮੇ ਸਮੇਂ ਤੋਂ ਗੁਪਤ ਸੇਵਾ ਸੁਰੱਖਿਆ ਮਿਲੀ ਹੋਈ ਸੀ, ਜਿਸ ਦਾ ਸਾਰਾ ਖਰਚਾ ਸੰਯੁਕਤ ਰਾਜ ਅਮਰੀਕਾ ਦੇ ਟੈਕਸ ਦਾਤਾਵਾਂ ਚੁੱਕਦੇ ਸਨ। ਉਹ ਇਸ ਸਮੇਂ ਦੱਖਣੀ ਅਫਰੀਕਾ ਵਿੱਚ ਛੁੱਟੀਆਂ ਮਨਾ ਰਿਹਾ, ਜਿੱਥੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਤੇ ਗੰਭੀਰ ਸਵਾਲ ਉਠਾਏ ਗਏ ਹਨ। ਇਸ ਕਾਰਨ ਦੱਖਣੀ ਅਫਰੀਕਾ ਨੂੰ ਆਰਥਿਕ ਅਤੇ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੇ ਦੇਸ਼ਾਂ ਦੀ ਸਾਡੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ। ਕਿਰਪਾ ਧਿਆਨ ਦਿਓ ਕਿ ਤੁਰੰਤ ਪ੍ਰਭਾਵ ਨਾਲ ਹੰਟਰ ਨੂੰ ਹੁਣ ਗੁਪਤ ਸੇਵਾ ਸੁਰੱਖਿਆ ਨਹੀਂ ਮਿਲੇਗੀ। ਇਸੇ ਤਰ੍ਹਾਂ ਟਰੰਪ ਨੇ ਟਰੂ ਸੋਸ਼ਲ ਤੇ ਪੋਸਟ ਕੀਤਾ ਕਿ ਐਸ਼ਲੇ ਬਾਈਡਨ, ਜਿਸ ਕੋਲ 13 ਏਜੰਟ ਹਨ, ਉਸ ਨੂੰ ਸੂਚੀ ਵਿੱਚੋਂ ਹਟਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਦਸੰਬਰ ਵਿੱਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਪੁੱਤਰ ਰੋਬਰਟ ਹੰਟਰ ਲਈ ਮਾਫੀ ਦੇ ਇੱਕ ਪੱਤਰ ਤੇ ਦਸਤਖਤ ਕੀਤੇ ਸਨ, ਜਿਸ ਨੂੰ ਬੰਦੂਕ ਅਪਰਾਧਾਂ ਅਤੇ ਟੈਕਸ ਉਲੰਘਣਾਵਾਂ ਨਾਲ ਸੰਬੰਧਿਤ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਅਮਰੀਕਾ ਸਰਕਾਰ ਵੱਲੋਂ ਮੈਕਸੀਕੋ ਦੇ ਬਾਰਡਰ ਤੇ ਕੰਧ ਖੜੀ ਕਰਨ ਦਾ ਪਹਿਲਾ ਠੇਕਾ ਦੇ ਦਿੱਤਾ ਹੈ ਅਤੇ ਟੈਕਸਸ ਦੀ ਹਡਾਲਗੋ ਕਾਉਂਟੀ ਵਿੱਚ $7 ਕਰੋੜ ਦੀ ਲਾਗਤ ਨਾਲ 7 ਮੀਲ ਲੰਮੀ ਕੰਧ ਉਸਾਰੀ ਜਾਵੇਗੀ। ਰਿਓ ਗ੍ਰੈਂਡ ਵੈਲੀ ਇਸੇ ਇਲਾਕੇ ਵਿੱਚ ਪੈਂਦੀ ਹੈ, ਜਿੱਥੋਂ ਵੱਡੇ ਪੱਧਰ ਤੇ ਗੈਰ ਕਾਨੂੰਨੀ ਪ੍ਰਵਾਸ ਹੁੰਦਾ ਆਇਆ ਹੈ। ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਵੱਲੋਂ ਫਿਲਹਾਲ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਕਿ ਕੰਧ ਖੜੀ ਕਰਨ ਵਿੱਚ ਕਿੰਨਾ ਸਮਾਂ ਲੱਗੇਗਾ। ਉਧਰ ਅਮਰੀਕਾ ਦੇ ਉੱਤਰੀ ਬਾਰਡਰ ਤੇ ਆਵਾਜਾਈ ਦਾ ਪੱਧਰ ਕੋਰੋਨਾ ਮਹਾਮਾਰੀ ਮਗਰੋਂ ਪਹਿਲੀ ਵਾਰ ਇੰਨੇ ਹੇਠਲੇ ਪੱਧਰ ਤੇ ਆਇਆ ਹੈ। CBC ਦੀ ਇੱਕ ਰਿਪੋਰਟ ਮੁਤਾਬਕ ਫਰਵਰੀ ਮਹੀਨੇ ਦੌਰਾਨ ਕੈਨੇਡਾ ਤੋਂ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ 22,23,000 ਦਰਜ ਕੀਤੀ ਗਈ, ਜਦਕਿ ਫਰਵਰੀ 2024 ਵਿੱਚ ਇਹ ਆંકੜਾ 26,96,000 ਦਰਜ ਕੀਤਾ ਗਿਆ। ਟਰੰਪ ਵੱਲੋਂ ਛੇੜੀ ਕਾਰੋਬਾਰੀ ਜੰਗ ਕੌਮਾਂਤਰੀ ਸਰਹੱਦ ਤੇ ਆਵਾਜਾਈ ਵਿੱਚ ਆਈ ਕਮੀ ਦਾ ਸਭ ਤੋਂ ਵੱਡਾ ਕਾਰਨ ਦੱਸੀ ਜਾ ਰਹੀ ਹੈ। ਟਰੰਪ ਲਗਾਤਾਰ ਕੈਨੇਡਾ ਨੂੰ ਅਮਰੀਕਾ ਦਾ 51 ਸੂਬਾ ਵੀ ਦੱਸਦੇ ਆਏ ਹਨ, ਜਿਸ ਦਾ ਕੈਨੇਡੀਅਨਸ ਨੂੰ ਬਹੁਤ ਜ਼ਿਆਦਾ ਗੁੱਸਾ ਹੈ। ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਆંકੜਿਆਂ ਮੁਤਾਬਕ ਅਕਤੂਬਰ, ਨਵੰਬਰ, ਦਸੰਬਰ ਅਤੇ ਜਨਵਰੀ ਮਹੀਨਿਆਂ ਦੌਰਾਨ ਕੈਨੇਡਾ ਤੋਂ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ ਨਹੀਂ ਘਟੀ, ਪਰ ਫਰਵਰੀ ਵਿੱਚ ਹੋਈ ਵੱਡੀ ਕਟੌਤੀ ਨੇ ਅਮਰੀਕਾ ਦੇ ਸਰਹੱਦੀ ਕਸਬਿਆਂ ਅਤੇ ਸ਼ਹਿਰਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ। ਵਾਸ਼ਿੰਗਟਨ ਸੂਬੇ ਦੇ ਬਲੇਨ ਕਸਬੇ ਨਾਲ ਸੰਬੰਧਿਤ ਇਮੀਗ੍ਰੇਸ਼ਨ ਵਕੀਲ ਨੇ ਕਿਹਾ ਕਿ ਕੋਰੋਨਾ ਵਰਗੇ ਹਾਲਾਤ ਮੁੜ ਬਣਦੇ ਨਜ਼ਰ ਆ ਰਹੇ ਹਨ। ਹਾਲਾਤ ਇਸ ਤਰ੍ਹਾਂ ਬੱਤਰ ਹੁੰਦੇ ਗਏ ਤਾਂ ਕੈਨੇਡਾ ਵਾਲੇ ਅਮਰੀਕਾ ਦਾ 100% ਬਾਈਕਾਟ ਵੀ ਕਰ ਸਕਦੇ ਨੇ। ਬਾਰਡਰ ਤੇ 32 ਡਿਊਟੀ ਫ੍ਰੀ ਦੁਕਾਨਾਂ ਚਲਾ ਰਹੀ ਐਸੋਸੀਏਸ਼ਨ ਦੀ ਕਾਰਜਕਾਰੀ ਡਾਇਰੈਕਟਰ ਨੇ ਕਿਹਾ ਕਿ ਵਿਕਰੀ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ ਅਤੇ ਹਾਲਾਤ ਇਸ ਤੋਂ ਅੱਗੇ ਲੰਘੇ ਤਾਂ ਦੁਕਾਨਾਂ ਬੰਦ ਕਰਨ ਦੀ ਨੌਬਤ ਆ ਸਕਦੀ ਹੈ। ਟਰੰਪ ਦੀਆਂ ਵਪਾਰ ਨੀਤੀਆਂ ਕਾਰਨ ਸੈਰ ਸਪਾਟੇ ਦੇ ਸ਼ੌਕੀਨ ਕੈਨੇਡੀਅਨ ਵਾਸਤੇ ਹੁਣ ਅਮਰੀਕਾ ਬਹੁਤ ਹੀ ਖਿੱਚ ਪੈਦਾ ਨਹੀਂ ਕਰਦਾ।
ਅਮਰੀਕਾ ਤੋਂ ਇੱਕ ਬੇहद ਦਰਦਨਾਕ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਬੀਤੀ ਰਾਤ 3 ਵਜੇ ਦੇ ਕਰੀਬ ਅਮਰੀਕਾ ਦੇ ਸੂਬੇ ਫਲੋਰੀਡਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ 'ਚ ਇੱਕ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ, ਜਦਕਿ 2 ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਤੇਲੰਗਾਨਾ ਦੇ ਰਹਿਣ ਵਾਲੀ ਪ੍ਰਨੀਤਾ ਰੈਡੀ, ਉਸਦਾ ਪੁੱਤਰ ਅਰਵਿੰਦ ਅਤੇ ਉਸਦੀ ਸੱਸ ਸੁਨੀਤਾ ਸਾ ਜੋ ਕਿ 54 ਸਾਲ ਦੀ ਹੈ ਉਸ ਵਜੋਂ ਹੋਈ ਹੈ। ਇਹ ਸਾਰੇ ਭਾਰਤ ਦੇ ਤੇਲੰਗਾਨਾ ਦੇ ਰੰਗਾਰੇਡੀ ਜ਼ਿਲ੍ਹੇ ਦੇ ਕੋਂਡੂਰੰਗ ਮੰਡਲ ਦੇ ਰਹਿਣ ਵਾਲੇ ਨੇ ਅਤੇ ਉੱਥੋਂ ਅਮਰੀਕਾ ਗਏ ਸਨ। ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪ੍ਰਨੀਤਾ ਰੈਡੀ, ਰੋਹਿਤ ਰੈਡੀ ਅਤੇ 2 ਬੱਚੇ ਸੁਨੀਤਾ ਨਾਲ ਕਾਰ ਵਿੱਚ ਕਿਤੇ ਜਾ ਰਹੇ ਸਨ। ਪ੍ਰਨੀਤਾ ਰੈਡੀ, ਉਸਦਾ ਪੁੱਤਰ ਅਰਵਿੰਦ ਅਤੇ ਸੁਨੀਤਾ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ, ਜਦਕਿ ਉਸਦੇ ਪਤੀ ਰੋਹਿਤ ਰੈਡੀ ਅਤੇ ਉਸਦੇ ਛੋਟੇ ਪੁੱਤਰ ਨੂੰ ਮਾਮੂਲੀ ਸੱਟਾਂ ਲੱਗੀਆਂ। ਫਿਲਹਾਲ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡੋਮਿਨਿਕ ਰਿਪਬਲਿਕ ਵਿੱਚ ਲਾਪਤਾ ਸੁਦੀਕਸ਼ਾ ਇਸ ਦੁਨੀਆ ਵਿੱਚ ਨਹੀਂ ਰਹੀ। ਅਮਰੀਕਾ ਤੋਂ ਪੁੰਟਾ ਕਾਨਾ ਪੁੱਜੇ ਸੁਦੀਕਸ਼ਾ ਦੇ ਮਾਪਿਆਂ ਨੇ ਇਹ ਕੋੜਾ ਸੱਚ ਪ੍ਰਵਾਨ ਕਰ ਲਿਆ ਅਤੇ ਡੋਮਿਨਿਕ ਰਿਪਬਲਿਕ ਦੀ ਪੁਲਿਸ ਨੂੰ ਸਰਕਾਰੀ ਤੌਰ ਤੇ ਮੌਤ ਦਾ ਐਲਾਨ ਕਰਨ ਦੀ ਲਿਖਤੀ ਗੁਜ਼ਾਰਿਸ਼ ਕੀਤੀ ਹੈ। ਪੁਲਿਸ ਨੂੰ ਲਿਖੇ ਪੱਤਰ ਵਿੱਚ ਉਹਨਾਂ ਨੇ ਕਿਹਾ, ਯਾਨੀ ਉਸਦੇ ਮਾਤਾ-ਪਿਤਾ ਨੇ ਕਿਹਾ ਕਿ ਹਰ ਪਾਸੇ ਕਿਤੇ ਭਾਲ ਮਗਰੋਂ ਇਹੋ ਮਹਿਸੂਸ ਹੋ ਰਿਹਾ ਹੈ ਕਿ ਉਹ ਸਮੁੰਦਰ ਵਿੱਚ ਡੁੱਬ ਗਈ ਹੈ। ਸੁਦੀਕਸ਼ਾ ਦੇ ਕੱਪੜੇ ਉਸੇ ਬੀਚ ਤੋਂ ਮਿਲੇ ਜਿੱਥੇ ਉਸ ਨੂੰ ਆਖਰੀ ਵਾਰ ਦੇਖਿਆ ਗਿਆ। ਸੁਦੀਕਸ਼ਾ ਦੇ ਮਾਪਿਆਂ ਨੇ ਅੱਗੇ ਲਿਖਿਆ ਕਿ ਉਹਨਾਂ ਦੀ ਬੇਟੀ ਨਾਲ ਆਖਰੀ ਵਾਰ ਨਜ਼ਰ ਆਏ ਜੋਸ਼ਾ ਰੀਬੇ ਵੱਲੋਂ ਪੁਲਿਸ ਨਾਲ ਪੂਰਾ ਸਹਿਯੋਗ ਕੀਤਾ ਗਿਆ ਅਤੇ ਕਿਸੇ ਸਾਜ਼ਿਸ਼ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ। ਦੱਸਦੇ ਕਿ ਇਸ ਤੋਂ ਪਹਿਲਾਂ ਸੁਦੀਕਸ਼ਾ ਦੇ ਪਿਤਾ ਵੱਲੋਂ ਉਸਦੇ ਅਗਵਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਸੀ, ਪਰ ਹੁਣ ਦੁੱਖਾਂ ਵਿੱਚ ਡੁੱਬਿਆ ਭਾਰਤੀ ਪਰਿਵਾਰ ਆਪਣੀ ਧੀ ਦੀਆਂ ਯਾਦਾਂ ਨੂੰ ਦਿਲ ਵਿੱਚ ਸਮੇਟ ਕੇ ਵਾਪਸ ਅਮਰੀਕਾ ਜਾਣਾ ਚਾਹੁੰਦਾ ਹੈ। ਡੋਮਿਨਿਕ ਰਿਪਬਲਿਕ ਦੀ ਪੁਲਿਸ ਵੱਲੋਂ ਸੁਦੀਕਸ਼ਾ ਦੇ ਮਾਪਿਆਂ ਵੱਲੋਂ ਲਿਖੀ ਚਿੱਠੀ ਤੇ ਫਿਲਹਾਲ ਕੋਈ ਪ੍ਰਤੀਕਿਰਿਆ ਜ਼ਾਹਰ ਨਹੀਂ ਕੀਤੀ ਗਈ। ਉਧਰ ਹੀ ਉਸਦੇ ਮਾਤਾ-ਪਿਤਾ ਨੇ ਕਿਹਾ ਕਿ ਉਹਨਾਂ ਦੇ ਸੁਦੀਕਸ਼ਾ ਦੇ ਨਾਲ ਆਖਰੀ ਗੱਲਬਾਤ 5 ਮਾਰਚ ਦੀ ਸ਼ਾਮ ਹੋਈ ਅਤੇ ਇਸ ਤੋਂ ਕੁਝ ਘੰਟੇ ਬਾਅਦ ਉਹ ਲਾਪਤਾ ਹੋ ਗਈ। ਅਮਰੀਕਾ ਦੇ ਆਇਓਵਾ ਸੂਬੇ ਨਾਲ ਸੰਬੰਧਿਤ ਜੋਸ਼ੂਆ ਰੀਬੇ ਪੁਲਿਸ ਨੂੰ 2 ਕਹਾਣੀਆਂ ਸੁਣਾ ਚੁੱਕਿਆ ਹੈ ਅਤੇ ਉਸਦਾ ਪਾਸਪੋਰਟ ਜ਼ਬਤ ਕਰਦਿਆਂ ਸੁਦੀਕਸ਼ਾ ਦੀ ਗੁੰਮਸ਼ੁਦਗੀ ਨਾਲ ਸੰਬੰਧਿਤ ਪਰਸਨ ਆਫ ਇੰਟਰਸਟ ਕਰਾਰ ਦਿੱਤਾ ਗਿਆ। ਜੋਸ਼ੂਆ ਮੁਤਾਬਕ ਉਹ ਅਤੇ ਸੁਦੀਕਸ਼ਾ ਤਕਰੀਬਨ 2.5 ਫੁੱਟ ਡੂੰਘੇ ਪਾਣੀ ਵਿੱਚ ਸਨ ਅਤੇ ਇਸੇ ਦੌਰਾਨ ਇੱਕ ਤੇਜ਼ ਛਾਲ ਨੇ ਦੋਹਾਂ ਨੂੰ ਖਿੱਚ ਲਿਆ। ਉਹ ਕਿਸੇ ਤਰੀਕੇ ਨਾਲ ਬਾਹਰ ਆ ਗਿਆ ਪਰ ਸੁਦੀਕਸ਼ਾ ਨਜ਼ਰ ਨਾ ਆਈ, ਜਦਕਿ ਇਸ ਤੋਂ ਪਹਿਲਾਂ ਜੋਸ਼ੂਆ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਹ ਸੁਦੀਕਸ਼ਾ ਨੂੰ ਬਾਹਰ ਖਿੱਚ ਕੇ ਲਿਆਉਣ ਵਿੱਚ ਸਫਲ ਰਿਹਾ। ਜਾਂਚਕਰਤਾਵਾਂ ਨੇ ਜਦੋਂ ਉਸ ਨੂੰ ਪੁੱਛਿਆ ਕਿ ਕੀ ਉਹ ਜਾਣਦਾ ਸੀ ਕਿ ਸੁਦੀਕਸ਼ਾ ਨੂੰ ਤੈਰਨਾ ਆਉਂਦਾ ਹੈ ਤਾਂ ਇਸ ਬਾਰੇ ਕੋਈ ਸਪਸ਼ਟ ਜਵਾਬ ਨਾ ਆਇਆ। ਇੱਕ ਦਿਨ ਪਹਿਲਾਂ ਹੀ ਮੀਡੀਆ ਨਾਲ ਪਹਿਲੀ ਵਾਰ ਗੱਲਬਾਤ ਕਰਦਿਆਂ ਜੋਸ਼ੂਆ ਨੇ ਕਿਹਾ ਸੀ ਕਿ ਸੁਦੀਕਸ਼ਾ ਦੀ ਭਾਲ ਕਰਨ ਵਿੱਚ ਉਹ ਡੋਮਿਨਿਕ ਰਿਪਬਲਿਕ ਪੁਲਿਸ ਦੀ ਮਦਦ ਕਰ ਰਿਹਾ, ਪਰ ਸਮੁੰਦਰ ਬੇहद ਖਤਰਨਾਕ ਹੁੰਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸੁਦੀਕਸ਼ਾ ਕੌਨਕੀ 3 ਮਾਰਚ ਨੂੰ 5 ਜਣਿਆਂ ਨਾਲ ਡੋਮਿਨਿਕ ਰਿਪਬਲਿਕ ਪੁੱਜੀ ਸੀ। 6 ਮਾਰਚ ਦੀ ਸਵੇਰ ਲਾਪਤਾ ਹੋ ਗਈ। ਸੁਦੀਕਸ਼ਾ ਦਾ ਪਰਿਵਾਰ 2006 ਤੋਂ ਅਮਰੀਕਾ ਵਿੱਚ ਰਹਿ ਰਿਹਾ ਅਤੇ ਸਾਰੇ ਗ੍ਰੀਨ ਕਾਰਡ ਹੋਲਡਰ ਹਨ। ਸੁਨੀਤਾ ਵਿਲੀਅਮਸ ਸੁਰੱਖਿਅਤ ਅਤੇ ਤੰਦਰੁਸਤ ਧਰਤੀ ਤੇ ਪਰਤ ਆਈ ਹੈ। ਜਦੋਂ ਉਹਨਾਂ ਨੂੰ ਲੈ ਕੇ ਕੈਪਸੂਲ ਡਰੈਗਨ ਫਲੋਰੀਡਾ ਦੇ ਨੇੜੇ ਸਮੁੰਦਰ ਵਿੱਚ ਉਤਰਿਆ ਤਾਂ ਇਹ ਪਲ ਮਨੁੱਖ ਦੀ ਵਿਗਿਆਨ ਯਾਤਰਾ ਵਿੱਚ ਇੱਕ ਅਦੁੱਤੀ ਮੀਲ ਪੱਥਰ ਸੀ। ਭਾਰਤ ਸਮੇਤ ਦੁਨੀਆ ਭਰ ਦੇ ਕਰੋੜਾਂ ਲੋਕ ਆਪਣੇ ਗੈਜਟਸ ਤੇ ਨਾਸਾ ਦੇ ਲਾਈਵ ਟੈਲੀਕਾਸਟ ਨੂੰ ਦੇਖ ਰਹੇ ਸਨ। ਜਿਵੇਂ ਡਰੈਗਨ ਕੈਪਸੂਲ ਜ਼ੋਰਦਾਰ ਝਟਕੇ ਨਾਲ ਸਮੁੰਦਰ ਵਿੱਚ ਡਿੱਗਿਆ ਤਾਂ ਉੱਥੇ ਇੱਕ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਿਆ। ਸੁਨੀਤਾ ਦੀ ਕਿਸ਼ਤੀ ਨੂੰ ਸਮੁੰਦਰ ਵਿੱਚ ਡੋਲਫਿਨਾਂ ਨੇ ਘੇਰ ਲਿਆ ਅਤੇ ਉਹ ਸਮੁੰਦਰ ਵਿੱਚ ਛਾਲ ਮਾਰਨ ਲੱਗ ਪਈਆਂ। ਇੰਜ ਲੱਗ ਰਿਹਾ ਸੀ ਜਿਵੇਂ ਉਹ ਮੱਛੀਆਂ 9 ਮਹੀਨਿਆਂ ਬਾਅਦ ਧਰਤੀ ਤੇ ਵਾਪਸ ਆਈ ਸੁਨੀਤਾ ਦਾ ਸਵਾਗਤ ਕਰ ਰਹੀਆਂ ਹਨ। ਇਹ ਬਹੁਤ ਖੂਬਸੂਰਤ ਨਜ਼ਾਰਾ ਸੀ। ਸੁਨੀਤਾ ਨੂੰ ਧਰਤੀ ਤੇ ਲਿਆਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਉਦਯੋਗਪਤੀ ਐਲੋਨ ਮਸਕ ਨੇ ਇਸ ਵੀਡੀਓ ਨੂੰ ਐਕਸ ਤੇ ਦੁਬਾਰਾ ਪੋਸਟ ਕੀਤਾ। ਇਸ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਸ ਮਿਸ਼ਨ ਦੀ ਸਫਲਤਾ ਨਾਲ 9 ਮਹੀਨਿਆਂ ਤੋਂ ਪੁਲਾੜ 'ਚ ਫਸੀ ਸੁਨੀਤਾ ਵਿਲੀਅਮਸ ਆਪਣੇ ਇੱਕ ਹੋਰ ਸਾਥੀ ਬੁਚ ਵਿਲਮੋਰ ਨਾਲ ਧਰਤੀ ਤੇ ਪਹੁੰਚ ਗਈ ਹੈ। ਇਸ ਮਿਸ਼ਨ ਵਿੱਚ 2 ਹੋਰ ਪੁਲਾੜ ਯਾਤਰੀ ਨਿਕ ਹੇਗ ਅਤੇ ਰੂਸੀ ਪੁਲਾੜ ਯਾਤਰੀ ਅਲੈਗਜ਼ੈਂਡਰ ਵੀ ਪੁਲਾੜ ਤੋਂ ਆਏ ਹਨ। ਸੁਨੀਤਾ ਵਿਲੀਅਮਸ ਸੁਰੱਖਿਅਤ ਅਤੇ ਤੰਦਰੁਸਤ ਧਰਤੀ ਤੇ ਪਰਤ ਆਈ ਹੈ। ਜਦੋਂ ਉਹਨਾਂ ਨੂੰ ਲੈ ਕੇ ਕੈਪਸੂਲ ਡਰੈਗਨ ਫਲੋਰੀਡਾ ਦੇ ਨੇੜੇ ਸਮੁੰਦਰ ਵਿੱਚ ਉਤਰਿਆ ਤਾਂ ਇਹ ਪਲ ਮਨੁੱਖ ਦੀ ਵਿਗਿਆਨ ਯਾਤਰਾ ਵਿੱਚ ਇੱਕ ਅਦੁੱਤੀ ਮੀਲ ਪੱਥਰ ਸੀ। ਭਾਰਤ ਸਮੇਤ ਦੁਨੀਆ ਭਰ ਦੇ ਕਰੋੜਾਂ ਲੋਕ ਆਪਣੇ ਗੈਜਟ ਸੇ ਇਸ ਨੂੰ ਲਾਈਵ ਦੇਖ ਰਹੇ ਸੀ ਤੇ ਇਸ ਦਾ ਆਨੰਦ ਮਾਣਿਆ। ਇਜ਼ਰਾਈਲ ਨੇ ਗਾਜ਼ਾ ਤੇ ਭਿਆਨਕ ਹਮਲੇ ਕੀਤੇ ਜਿਨ੍ਹਾਂ ਵਿੱਚ 400 ਲੋਕ ਮਾਰੇ ਗਏ, ਜਦਕਿ ਹਮਾਸ ਦੇ 5 ਸੀਨੀਅਰ ਕਮਾਂਡਰ ਵੀ ਹਲਾਕ ਹੋ ਗਏ। ਮਾਰੇ ਗਏ ਆਗੂਆਂ ਵਿੱਚ ਹਮਾਸ ਸਰਕਾਰ ਦੇ ਮੁਖੀ ਇਜ਼ਾਮ ਅਦਲੀਸ, ਉਪ ਕਾਨੂੰਨ ਮੰਤਰੀ ਅਹਿਮਦ ਅਲ ਹੱਤਾ, ਸੁਰੱਖਿਆ ਮੁਖੀ ਮਹਿਮੂਦ ਅਬੂ ਫਤਵਾ
ਅਤੇ ਅੰਤਰਰਾਸ਼ਟਰੀ ਸੁਰੱਖਿਆ ਸੇਵਾ ਦੇ ਡੀਜੀ ਅਬੂ ਸੁਲਤਾਨ ਅਤੇ ਇਸਲਾਮਿਕ ਜਿਹਾਦ ਦਾ ਬੁਲਾਰਾ ਸ਼ਾਮਲ ਹੈ। ਅਮਰੀਕਾ ਦਾ ਇਜ਼ਰਾਈਲ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਅਮਰੀਕੀ ਪ੍ਰੈਸ ਸਕੱਤਰ ਕੈਰੋਲਿਨ ਲੈਵਿਟ ਨੇ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ ਨੇ ਪਹਿਲਾਂ ਹੀ ਹਮਲਿਆਂ ਦੀ ਜਾਣਕਾਰੀ ਦਿੱਤੀ ਸੀ। ਫੌਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ, ਅਮਰੀਕਾ ਹਮਾਸ, ਹੁਤੀ, ਈਰਾਨ ਅਤੇ ਇਸਲਾਮਿਕ ਜਿਹਾਦ ਵਰਗੇ ਗੱਠਜੋੜ ਨੂੰ ਨਿਸ਼ਾਨਾ ਬਣਾਉਣ ਦੇ ਹੱਕ ਵਿੱਚ ਹੈ। ਹਮਾਸ ਨੇ ਕਿਹਾ ਕਿ ਉਹ ਜੰਗਬੰਦੀ ਲਈ ਤਿਆਰ ਸੀ, ਪਰ ਇਜ਼ਰਾਈਲ ਨੇ ਇੱਕ ਪਾਸੜ ਹਮਲੇ ਕੀਤੇ। ਹਮਾਸ ਨੇ 250 ਇਜ਼ਰਾਈਲੀ ਬੰਦਕ ਬਣਾਏ ਸੀ, ਜਿਨ੍ਹਾਂ ਵਿੱਚੋਂ 59 ਅਜੇ ਵੀ ਉਹਨਾਂ ਦੀ ਹਿਰਾਸਤ ਵਿੱਚ ਹਨ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਹਮਲਿਆਂ ਨੂੰ ਜਾਇਜ਼ ਕਰਾਰ ਦਿੰਦਿਆਂ ਕਿਹਾ ਕਿ ਹਮਾਸ ਨੇ ਜੰਗਬੰਦੀ ਗੱਲਬਾਤ ਨਹੀਂ ਵਧਾਈ। ਦੂਜੇ ਪਾਸੇ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇੱਕ ਦਿਨ ਵਿੱਚ ਸਭ ਤੋਂ ਵੱਡੀ ਹਮਲਿਆਂ ਦੀ ਮਾਰ ਹੈ। ਇਸਲਾਮਿਕ ਜਿਹਾਦ ਅਤੇ ਹਮਾਸ ਵੱਲੋਂ ਵੀ ਜਵਾਬੀ ਹਮਲੇ ਦੀ ਉਮੀਦ ਕੀਤੀ ਜਾ ਰਹੀ ਹੈ, ਜਿਸ ਨਾਲ ਮਿੱਧ ਪੂਰਬ 'ਚ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ। ਦਰਅਸਲ ਅਮਰੀਕਾ ਨੇ ਵੀ ਇਜ਼ਰਾਈਲ ਦੇ ਇਨ੍ਹਾਂ ਭਿਆਨਕ ਹਮਲਿਆਂ ਦਾ ਸਮਰਥਨ ਕੀਤਾ ਹੈ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਪਿਛਲੇ 9 ਮਹੀਨਿਆਂ ਤੋਂ ਫਸੇ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਵਾਪਸ ਆ ਚੁੱਕੇ ਨੇ ਅਤੇ ਉਹਨਾਂ ਦੀ ਵਾਪਸੀ ਦਾ ਜਸ਼ਨ ਹਰ ਪਾਸੇ ਮਨਾਇਆ ਜਾ ਰਿਹਾ ਹੈ। ਇਸੇ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੁਨੀਤਾ ਦੇ ਨਾਂ ਚਿੱਠੀ ਲਿਖੀ ਹੈ। ਪੀਐਮ ਮੋਦੀ ਨੇ ਇਹ ਚਿੱਠੀ ਪੁਲਾੜ ਯਾਤਰੀ ਮਾਈਕ ਤੋਂ ਸੁਨੀਤਾ ਨੂੰ ਭੇਜੀ ਹੈ। ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਹੀ ਪੀਐਮ ਮੋਦੀ ਨੇ ਮਾਈਕ ਨਾਲ ਮੁਲਾਕਾਤ ਕੀਤੀ ਸੀ। ਅਜਿਹੇ 'ਚ ਉਹਨਾਂ ਨੇ ਸੁਨੀਤਾ ਦੇ ਨਾਂ ਤੇ ਮਾਈਕ ਨੂੰ ਚਿੱਠੀ ਦਿੱਤੀ ਸੀ, ਜੋ ਉਹਨਾਂ ਤੱਕ ਪਹੁੰਚ ਗਈ ਹੈ। ਪੀਐਮ ਮੋਦੀ ਦੀ ਇਹ ਚਿੱਠੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਚਿੱਠੀ ਵਿੱਚ ਪੀਐਮ ਮੋਦੀ ਨੇ ਲਿਖਿਆ ਹੈ ਕਿ ਤੁਸੀਂ ਸਾਡੇ ਤੋਂ ਹਜ਼ਾਰਾਂ ਮੀਲ ਦੂਰ ਹੋਣ ਦੇ ਬਾਵਜੂਦ ਸਾਡੇ ਦਿਲ ਦੇ ਬਹੁਤ ਕਰੀਬ ਹੋ। ਅਸੀਂ ਤੁਹਾਡੀ ਹਿੰਮਤ ਅਤੇ ਤਾਕਤ ਦੀ ਕਦਰ ਕਰਦੇ ਹਾਂ ਅਤੇ ਤੁਹਾਡੀ ਸੁਰੱਖਿਅਤ ਵਾਪਸੀ ਦੀ ਕਾਮਨਾ ਕਰਦੇ ਹਾਂ। ਭਾਰਤ ਦੀ ਧੀ ਦਾ ਸਵਾਗਤ ਕਰਨਾ ਇਸ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਹੋਵੇਗਾ। ਪੀਐਮ ਮੋਦੀ ਨੇ ਪੱਤਰ ਵਿੱਚ ਲਿਖਿਆ ਕਿ ਮੈਂ ਭਾਰਤ ਦੇ ਲੋਕਾਂ ਵੱਲੋਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਦਾ ਅਤੇ ਪੁਲਾੜ ਯਾਤਰੀ ਮਾਈਕ ਨੂੰ ਮਿਲਿਆ ਹਾਂ। ਇਸ ਗੱਲਬਾਤ ਦੌਰਾਨ ਤੁਹਾਡਾ ਨਾਮ ਆਇਆ, ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ। ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹ ਤੁਹਾਨੂੰ ਚਿੱਠੀ ਲਿਖਣ ਤੋਂ ਖੁਦ ਨੂੰ ਰੋਕ ਨਹੀਂ ਸਕੇ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੂੰ ਉਹਨਾਂ ਦੀ ਅਮਰੀਕਾ ਫੇਰੀ ਦੌਰਾਨ ਤੁਹਾਡੀ ਸਿਹਤ ਬਾਰੇ ਪੁੱਛਿਆ ਗਿਆ ਸੀ। ਨਾਸਾ ਮੁਤਾਬਕ ਸੁਨੀਤਾ 3 ਹੋਰ ਪੁਲਾੜ ਯਾਤਰੀਆਂ ਨਾਲ ਵਾਪਸ ਆ ਰਹੀ ਹੈ। ਭਾਰਤੀ ਸਮੇਂ ਮੁਤਾਬਕ 19 ਮਾਰਚ ਨੂੰ ਸਵੇਰੇ 3:30 ਵਜੇ ਦੇ ਕਰੀਬ ਸੁਨੀਤਾ ਦਾ ਪੁਲਾੜ ਯਾਨ ਫਲੋਰੀਡਾ ਦੇ ਸਮੁੰਦਰ ਵਿੱਚ ਉਤਰਿਆ। ਇਸ ਤੋਂ ਇਲਾਵਾ ਪੀਐਮ ਨੇ ਉਹਨਾਂ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਚੱਲ ਰਹੇ ਇੱਕ ਫਰਜ਼ੀ ਕਾਲ ਸੈਂਟਰ 'ਚ ਲੋਕਾਂ ਨੇ ਦਾਖਲ ਹੋ ਕੇ ਕੰਪਿਊਟਰ ਅਤੇ ਲੈਪਟਾਪ ਲੁੱਟ ਲਏ। ਇਹ ਘਟਨਾ 15 ਮਾਰਚ ਦੀ ਹੈ। ਪਾਕਿਸਤਾਨ ਦੀ ਜਾਂਚ ਏਜੰਸੀ FIA ਨੇ ਫਰਜ਼ੀ ਕਾਲ ਸੈਂਟਰ ਦੇ ਰੇਡ ਮਾਰੀ ਸੀ। ਰੇਡ ਤੋਂ ਬਾਅਦ ਕਾਲ ਸੈਂਟਰ 'ਚ ਲੋਕ ਦਾਖਲ ਹੋ ਗਏ ਅਤੇ ਉਹਨਾਂ ਨੇ ਕੀਮਤੀ ਸਮਾਨ ਲੁੱਟ ਲਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਕਈ ਲੋਕ ਕਾਲ ਸੈਂਟਰ ਤੋਂ ਕੰਪਿਊਟਰ ਅਤੇ ਲੈਪਟਾਪ ਲੈ ਕੇ ਭੱਜਦੇ ਦਿਖਾਈ ਦੇ ਰਹੇ ਹਨ। ਹਾਲਾਂਕਿ ਵੀਡੀਓ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਇਸ ਕਾਲ ਸੈਂਟਰ ਤੋਂ ਧੋਖਾਦਹੀ ਦਾ ਕਾਰੋਬਾਰ ਚਲਾਉਣ ਦਾ ਦੋਸ਼ ਸੀ, ਜਿਸ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਇਸ ਦੀ ਜਾਂਚ ਚੱਲ ਰਹੀ ਸੀ। ਇਸ ਤੋਂ ਬਾਅਦ FIA ਦੇ ਸਾਈਬਰ ਸੈੱਲ ਨੇ ਕਾਲ ਸੈਂਟਰ ਤੇ ਛਾਪੇਮਾਰੀ ਕੀਤੀ ਸੀ। ਇਸ 'ਚ 24 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ 'ਚ ਕਈ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ, ਜਦਕਿ ਕਈ ਭੱਜਣ 'ਚ ਕਾਮਯਾਬ ਰਹੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ 2 ਘੰਟੇ ਫੋਨ ਤੇ ਗੱਲਬਾਤ ਹੋਈ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਯੂਕਰੇਨ ਜੰਗਬੰਦੀ ਤੇ ਤਰੀਕਿਆਂ ਬਾਰੇ ਵੀ ਗੱਲਬਾਤ ਕੀਤੀ। ਵਾਈਟ ਹਾਊਸ ਨੇ ਕਿਹਾ ਕਿ ਗੱਲਬਾਤ ਵਧੀਆ ਰਹੀ। ਕ੍ਰੈਮਲਿਨ ਦੇ ਬੁਲਾਰੇ ਨੇ ਕਿਹਾ ਕਿ ਪੁਤਿਨ ਟਰੰਪ ਫੋਨ ਕਾਲ ਖਤਮ ਹੋ ਗਈ ਹੈ। ਇਸ ਤੋਂ ਪਹਿਲਾਂ ਵਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਡੈਨ ਸਕਾਵਿਨੋ ਨੇ ਟਵੀਟ ਕੀਤਾ ਕਿ ਰਾਸ਼ਟਰਪਤੀ ਟਰੰਪ ਨੇ ਓਵਲ ਦਫ਼ਤਰ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ ਤੇ ਗੱਲਬਾਤ ਸ਼ੁਰੂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਗੱਲਬਾਤ ਦੌਰਾਨ ਯੂਕਰੇਨ 'ਚ ਜੰਗ ਨੂੰ ਰੋਕਣ ਲਈ ਸਹਿਮਤੀ ਬਣ ਸਕਦੀ ਹੈ। ਇਹ ਅਮਰੀਕੀ ਵਿਦੇਸ਼ ਨੀਤੀ ਨੂੰ ਪੁਨਰ ਗਠਨ ਕਰਨ ਦਾ ਮੌਕਾ ਵੀ ਹੋ ਸਕਦਾ ਹੈ। ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉਹ ਮੰਗਲਵਾਰ ਨੂੰ ਰਾਸ਼ਟਰਪਤੀ ਪੁਤਿਨ ਨਾਲ ਗੱਲ ਕਰਨਗੇ। ਵੀਕਐਂਡ ਵਿੱਚ ਬਹੁਤ ਸਾਰਾ ਕੰਮ ਕੀਤਾ ਗਿਆ। ਅਸੀਂ ਦੇਖਣਾ ਚਾਹੁੰਦੇ ਹਾਂ ਕਿ ਕੀ ਅਸੀਂ ਇਸ ਜੰਗ ਨੂੰ ਖਤਮ ਕਰ ਸਕਦੇ ਹਾਂ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਜੀ ਪੰਜਾਬ ਮੇਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।